ਐਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਪਲਾ ਨੇ ਪੋਸਟ ਮੈਟ੍ਰਿਕ ਘੁਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਕਿਹਾ। ਕੈਪਟਨ ਨੇ ਕਿਸ ਤਰ੍ਹਾਂ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ। ਪੰਜਾਬ ਬੋਰਡ 12ਵੀਂ ਦੇ ਨਤੀਜੇ ਆਏ ਸਾਹਮਣੇ। ਪਿਛਲੇ ਸਾਲ ਦੇ ਮੁਕਾਬਲੇ 8.48% ਵੱਧ ਬੱਚੇ ਹੋਏ ਪਾਸ। ਇਸ ਵਾਰ ਫਿਰ ਕੁੜੀਆਂ ਨੇ ਮਾਰੀ ਬਾਜੀ। ਸਿੱਧੂ ਦੀ ਮੀਟਿੰਗ ਤੋਂ ਬਾਹਰ ਆਏ ਪ੍ਰਗਟ ਸਿੰਘ ਨੇ ਕਿਹਾ, ਸਿੱਧੂ ਵੱਲੋਂ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਚਰਚਾ, ਜਲਦ ਹੋਣਗੇ ਮਸਲੇ ਹੱਲ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ ਤੇ ਮੈਂ ਹਰਮਨ। ਐਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਪਲਾ ਨੇ ਪੋਸਟ ਮੈਟ੍ਰਿਕ ਘੁਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਸ ਮਾਮਲੇ ਵਿੱਚ ਇਨਕੁਆਇਰੀ ਕਰਨ ਲਈ ਇੱਕ ਟੀਮ ਬਣਾਈ ਸੀ, ਪਰ ਉਹਨਾਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਐਸੀ ਕਮਿਸ਼ਨ ਵੱਲੋਂ ਵੀ ਇਸ ਮਾਮਲੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ, ਪਰ ਸੂਬਾ ਸਰਕਾਰ ਕੋਈ ਵੀ ਦਸਤਾਵੇਜ਼ ਨਹੀਂ ਸੌਂਪ ਰਹੀ। ਕੈਪਟਨ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਸਾਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੀ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸੀਬੀਆਈ ਦੇ ਨਾਲ ਉਹਨਾਂ ਦੀ ਜਾਂਚ ਵੱਖਰੇ ਤੌਰ ਤੇ ਚੱਲੇਗੀ। ਸਾਪਲਾ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਨੇ ਕਿਸ ਤਰ੍ਹਾਂ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ। ਦੱਸ ਦਈਏ ਕਿ ਇਸ ਮਾਮਲੇ ਵਿੱਚ ਕਈ ਸਿਆਸੀ ਪਾਰਟੀਆਂ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਪੋਸਟ ਮੈਟ੍ਰਿਕ ਜਿਹੜਾ ਘੁਟਾਲਾ ਲੋਕਾਂ ਨੇ ਉਜਾਗਰ ਕੀਤਾ ਸੀ, ਪਰ ਘੁਟਾਲਾ ਅਸੀਂ ਉਦੋਂ ਹੀ ਕਹਾਂਗੇ ਜਦੋਂ ਉਹ ਸਾਬਿਤ ਹੁੰਦਾ ਹੈ। ਇਸ ਕਰਕੇ ਐਸਸੀ ਕਮਿਸ਼ਨ ਨੇ ਉਹਦੇ 'ਤੇ ਜਿਹੜੀ ਇਨਕੁਆਇਰੀ ਵੀ ਬਿਠਾਈ ਸੀ, 4 ਹੀਅਰਿੰਗ ਹੋਈਆਂ। ਇਸ ਤੋਂ ਪਹਿਲਾਂ ਵੀ ਤੁਸੀਂ ਦੇਖਦੇ ਕਿ ਪੂਰੇ ਪੰਜਾਬ ਦੇ ਵਿੱਚ ਰਾਜਨੀਤਿਕ ਉਥਲ-ਪੁਥਲ ਇਸ ਨੂੰ ਲੈ ਕੇ ਕਾਫੀ ਹੋਈ, ਧਰਨੇ ਪ੍ਰਦਰਸ਼ਨ ਬੈਠੇ ਹੋਏ, ਔਰ ਬਹੁਤ ਸਾਰਿਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੂੰ ਇਹਦੇ 'ਤੇ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਸੀ। ਜਿਹਦੇ 'ਚ ਮੇਰੇ ਚੇਅਰਮੈਨ ਬਣਨ ਤੋਂ ਪਹਿਲਾਂ ਅਸੀਂ ਵੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ, ਤੁਸੀਂ ਸਾਰੇ ਜਾਣਦੇ ਸੀ, ਮੰਗ ਕੀਤੀ ਸੀ। ਪਰ ਜਦੋਂ ਮੇਰਾ ਚੇਅਰਮੈਨ ਬਣਨ ਤੋਂ ਬਾਅਦ ਅਸੀਂ ਇਹਦੀ ਪੂਰੀ ਤਰ੍ਹਾਂ ਤਹਿਕੀਕਾਤ ਕਰਨਾ ਚਾਹੁੰਦੇ ਸੀ ਕਿ ਅਸਲ ਮੁੱਦਾ ਹੈ ਕਿ ਇਹਨੂੰ ਸਮਝਣਾ ਵੀ ਚਾਹੀਦਾ ਸੀ ਕਿ ਆਇਆ ਇਹ ਘੁਟਾਲਾ ਹੋਇਆ ਕਿ ਨਹੀਂ ਹੋਇਆ, ਕਿਉਂਕਿ ਕੈਪਟਨ ਸਾਹਿਬ ਨੇ ਉਹਦੇ 'ਤੇ ਜਿਹੜੀ ਕਲੀਨ ਚਿੱਟ ਵੀ ਦੇ ਦਿੱਤੀ ਸੀ। ਪਰ ਮੈਂ ਇੱਥੇ ਜਦੋਂ ਇਹਦੀ ਇਨਕੁਆਇਰੀ ਕਰਨੀ ਸ਼ੁਰੂ ਕੀਤੀ ਔਰ ਪੰਜਾਬ ਸਰਕਾਰ ਨੂੰ ਜਦੋਂ ਇਹਦੇ 'ਤੇ ਹੀਅਰਿੰਗ ਲਈ ਬੁਲਾਇਆ ਵੀ ਹੈ, ਤੇ ਪੰਜਾਬ ਸਰਕਾਰ ਨੇ ਜਿਹੜਾ ਹਾਲੇ ਤੱਕ ਉਹਦੇ 'ਤੇ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ। ਜਿਹੜੀ ਅਸੀਂ ਰਿਪੋਰਟ ਮੰਗੀ ਹੈ ਉਹਦੇ 'ਤੇ ਕਿ ਵੀ ਜਿਹੜਾ ਇਹ ਕਿਰਪਾ ਸ਼ੰਕਰ ਸਰੋਜ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਸੀ, ਉਹਨਾਂ ਦੀ ਰਿਪੋਰਟ ਦੀ ਵੀ ਮੰਗ ਕੀਤੀ ਹੈ, ਜਿਹਦੇ ਤੋਂ ਬਾਅਦ ਇਹ ਸ਼ੋਰ ਮਚਿਆ ਘੁਟਾਲੇ ਦੇ ਨਾਲ। ਪਰ ਉਸ ਤੋਂ ਬਾਅਦ ਕੇਂਦਰ ਨੇ ਵੀ ਜਿਹੜੀ ਇੱਕ ਭੇਜੇ ਸੀ, 3 ਬੰਦਿਆਂ ਦੀ ਟੀਮ ਬਣਾਈ ਸੀ, ਔਰ ਇੱਥੇ ਦੇ IAS ਅਫੀਸਰਾਂ ਨੇ ਵੀ ਜਿਹੜਾ ਉਹ ਇੱਕ ਟੀਮ ਬਣਾਈ ਸੀ ਪੰਜਾਬ ਸਰਕਾਰ ਵੱਲੋਂ। ਪਰ 3 ਦੀ ਰਿਪੋਰਟ ਅਸੀਂ ਮੰਗੀ, ਪਰ ਕੇਂਦਰ ਨੇ ਤਾਂ ਇਹ ਕਿਹਾ ਕਿ ਸਾਨੂੰ ਜਿਹੜਾ ਸੀ, ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਕਿ ਅਸੀਂ 3 ਵਾਰੀ 4 ਵਾਰੀ ਇਹਨਾਂ ਨੂੰ ਬੁਲਾਇਆ ਔਰ ਇਹਨਾਂ ਨੇ ਕੋਈ ਵੀ ਸਾਨੂੰ ਹਾਲੇ ਤੱਕ ਦਸਤਾਵੇਜ਼ ਨਹੀਂ ਦਿੱਤੇ। ਔਰ ਇਹਦੇ ਨਾਲ ਹੀ ਜਿਹੜਾ ਅਸੀਂ ਵੀ ਬੁਲਾਇਆ, 4 ਹੀਅਰਿੰਗ ਮੇਰੀਆਂ ਵੀ ਹੋ ਚੁੱਕੀਆਂ ਨੇ, ਪਰ ਹਾਲੇ ਵੀ ਉਹਦੇ 'ਚ ਸਾਨੂੰ ਕੋਈ ਦਸਤਾਵੇਜ਼ ਨਹੀਂ ਦਿੱਤੇ। ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਨੇ ਸਾਡੇ ਕੋਲ ਸਮੇਂ ਮੰਗਿਆ। ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲੈ ਕੇ ਜਿਹੜੀ ਹੈ ਉਹ ਆਪਣੀ ਸੀਬੀਆਈ ਇਨਕੁਆਇਰੀ ਕਰਤੀ ਹੈ, ਪਰ ਸਾਡੀ ਇਨਕੁਆਇਰੀ ਉਹ ਪੈਰਲਲ ਵੱਖਰੀ ਚੱਲ ਰਹੀ ਹੈ ਔਰ ਉਹਨਾਂ ਦੀ ਇਨਕੁਆਇਰੀ ਵੱਖਰੀ ਚੱਲੇਗੀ। ਔਰ ਅਸੀਂ ਤਾਂ ਇਹ ਵੀ ਪੁੱਛਿਆ ਸੀ ਕਿ ਬਈ ਜੇ ਤੁਹਾਡੀ ਇਨਕੁਆਇਰੀ, ਕਿਉਂਕਿ ਸਾਨੂੰ ਉਹਨਾਂ ਨੇ ਕਿਹਾ ਕਿ ਸਾਡੀ ਇਨਕੁਆਇਰੀ ਕੰਪਲੀਟ ਨਹੀਂ ਹੋਈ, ਜਿਹੜੀ 3 ਬੰਦਿਆਂ ਦਾ ਕਮਿਸ਼ਨ ਬਣਾਇਆ ਸੀ, ਕਿ ਜੇ ਕੰਪਲੀਟ ਨਹੀਂ ਹੋਈ ਤਾਂ ਚੀਫ ਮਿਨਿਸਟਰ ਨੇ ਇਹ ਕਿਸ ਤਰੀਕੇ ਨਾਲ ਕਹਿ ਦਿੱਤਾ ਕਿ ਜਿਹੜੀ ਆ ਕਲੀਨ ਚਿੱਟ ਜਿਹੜੀ ਆ ਮੰਤਰੀ ਨੂੰ ਕਿਸ ਬੇਸ ਦੇ ਉੱਤੇ ਦਿੱਤੀ ਕਿ ਸਾਨੂੰ ਉਹ ਵੀ ਦੱਸਿਆ ਜਾਏ। ਸੀਬੀਐਸਈ ਦੇ 12ਵੀਂ ਜਮਾਤ ਦੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ। ਬੋਰਡ ਦੇ ਨਤੀਜੇ ਐਲਾਨ ਕਰਦੇ ਹੋਏ ਸੀਬੀਐਸਈ ਦੀ ਅਧਿਕਾਰਿਤ ਵੈਬਸਾਈਟ ਤੇ ਰਿਜ਼ਲਟ ਪਾ ਦਿੱਤਾ ਗਿਆ। ਇਸ ਸਾਲ 12ਵੀਂ ਦੇ 99.37% ਵਿਦਿਆਰਥੀ ਪਾਸ ਹੋਏ ਨੇ। ਦੱਸ ਦਈਏ ਕਿ ਜਿੱਥੇ 70,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਪ੍ਰਾਪਤ ਕੀਤੇ ਨੇ, ਉੱਥੇ 1.5 ਲੱਖ ਦੇ ਕਰੀਬ ਵਿਦਿਆਰਥੀਆਂ ਨੇ 90% ਅੰਕ ਪ੍ਰਾਪਤ ਕੀਤੇ ਨੇ। ਸੀਬੀਐਸਈ ਦੇ ਇੱਕ ਬਿਆਨ ਦੇ ਅਨੁਸਾਰ ਕਰੀਬ 65,000 ਵਿਦਿਆਰਥੀਆਂ ਦਾ ਨਤੀਜਾ ਅਜੇ ਤਿਆਰ ਕੀਤਾ ਜਾ ਰਿਹਾ, ਜਿਸ ਦੀ ਘੋਸ਼ਣਾ 5 ਅਗਸਤ ਤੱਕ ਕੀਤੀ ਜਾ ਸਕਦੀ ਹੈ। ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਧਾਇਕਾਂ ਅਤੇ ਵਰਕਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ, ਜਿਸ ਉੱਪਰ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਪੰਜਾਬ ਦੇ तमाम ਮੁੱਦਿਆਂ ਦੀ ਪੜਚੋਲ ਕੀਤੀ ਜਾ ਰਹੀ ਹੈ ਅਤੇ ਫਿਰ ਨਿਚੋੜ ਕੱਢ ਕੇ ਉਹਨਾਂ ਦਾ ਪੰਜਾਬ ਸਰਕਾਰ ਤੋਂ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੂਜੇ ਪਾਸੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਈਡੀ ਅਤੇ ਸੀਬੀਆਈ ਵੱਲੋਂ ਸੰਮਨ ਕੀਤੇ ਜਾਣ ਤੇ ਮਾਮਲੇ ਬਾਰੇ ਉਹਨਾਂ ਕਿਹਾ ਕਿ ਜਿਹਨੇ ਜੋ ਕ੍ਰਾਈਮ ਕੀਤਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਿਹੜੀਆਂ ਚੀਜ਼ਾਂ ਵੀ
ਫੀਡਬੈਕ ਆਉਂਦੀ ਆ ਵੀ ਕਿਉਂਕਿ ਦੇਰ ਵਿਲ ਬੀ ਅ ਕੋਆਰਡੀਨੇਸ਼ਨ ਬਿਟਵੀਨ ਗਵਰਨਮੈਂਟ ਐਂਡ ਦਾ ਆਰਗੇਨਾਈਜੇਸ਼ਨ, ਤੇ ਉਹਨੂੰ ਸਟਰੈਂਥਨ ਕਰਨ ਲਈ ਮੇਰਾ ਖਿਆਲ ਇਹ ਮੀਟਿੰਗ ਜਿਹੜੀਆਂ ਕੀਤੀਆਂ ਜਾ ਰਹੀਆਂ। ਦਲਿਤ ਭਾਈਚਾਰੇ ਨੂੰ ਲੈ ਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਅਨਾਉਂਸ ਹੋ ਸਕਦਾ ਹੈ? ਦੀ ਸਾਰੀ ਜੋ ਫੀਡਬੈਕ ਮਿਲੂਗੀ ਉਹਨੂੰ ਕੰਪਾਈਲ ਕਰਕੇ ਦੈਨ ਡੈਫੀਨੇਟਲੀ ਵੀ ਵਿਲ ਪੁੱਟ ਫਾਰਵਰਡ ਟੂ ਦਾ ਗਵਰਨਮੈਂਟ ਕਿ ਹਾਂ ਵੀ ਆਹ ਚੀਜ਼ਾਂ ਜਿਹੜੀਆਂ ਗਰਾਊਂਡ ਲੈਵਲ ਤੇ ਕਿਤੇ ਨਾ ਕਿਤੇ ਜਿਹੜੀ ਕੋਆਰਡੀਨੇਸ਼ਨ ਦੀ ਕਮੀ ਪੇਸ਼ੀ ਹੈਗੀ ਆ ਉਹਨੂੰ ਦੂਰ ਕੀਤਾ ਜਾ ਸਕਦਾ। ਨਹੀਂ, ਵਰਕਰ ਦੇ ਵਿੱਚ ਤੇ ਇੱਕ ਤਾਂ ਉਤਸ਼ਾਹ ਬਹੁਤ ਹੈ, ਕਿਉਂਕਿ ਕੱਲ ਅਸੀਂ ਰੱਖੀ ਤਾਂ ਮੀਟਿੰਗ ਸੀਗੀ ਬਟ ਇਟ ਕਨਵਰਟਡ ਇਨਟੂ ਰੈਲੀ ਟਾਈਪ। ਸੋ ਬੇਸਿਕ ਤਾਂ ਅਸੀਂ ਇਹ ਚਾਹੁੰਦੇ ਆ ਵੀ ਵਰਕਰ ਨੂੰ ਪੁੱਛ ਕੇ ਉਹਦੀ ਜੋ ਫੀਡਬੈਕ ਹੋਵੇ, ਜਿੱਥੇ ਜਿੱਥੇ ਕਮੀ ਪੇਸ਼ੀ ਆ ਉਹਨੂੰ ਦੂਰ ਕੀਤਾ ਜਾ ਸਕਦਾ। ਵਰਕਰ ਜੀ 5 ਮਹੀਨੇ ਬਚੇ ਆ, ਤੁਹਾਨੂੰ ਲੱਗਦਾ ਕਿ 18 ਨੁਕਤਿਆਂ ਤੇ ਕੰਮ ਪੂਰਾ ਹੋ ਜਾਏਗਾ ਜਾਂ 18 ਨੁਕਤੇ ਸਿਰਫ ਹਵਾ 'ਚ ਹੀ ਰਹਿ ਜਾਣਗੇ? ਚਲੋ ਉਹ ਤਾਂ ਕਈ ਵਾਰੀ ਹੁੰਦਾ ਕੀ ਆ ਵੀ ਕਈ ਵਾਰੀ ਤੁਸੀਂ ਅਵੇਲੇਬਲ ਨਹੀਂ ਹੁੰਦੇ, ਕੋਈ ਇਹੋ ਜੀ ਕੋਈ ਗੱਲ ਨਹੀਂ ਹੈ, ਲੇਕਿਨ ਜਿਹੜੀ ਗੱਲ ਕੰਮ ਕਰਨ ਵਾਲੀ ਹੈਗੀ ਆ ਉਹ ਤਾਂ ਸਾਨੂੰ ਸਪੀਡ ਚ ਆਣ ਕੇ ਕਰਨਾ ਪਊਗਾ। 18 ਨੁਕਤਿਆਂ ਤੇ ਤੁਹਾਨੂੰ ਲੱਗਦਾ ਕੰਮ ਹੋਏਗਾ? ਨਹੀਂ, ਮੈਨੂੰ ਲੱਗਦਾ ਦੇਖੋ ਅਸੀਂ ਸਾਰੇ ਸਭ ਤੋਂ ਪਹਿਲਾਂ ਕਿਸਾਨ ਆ, ਉਹਦੇ ਤੋਂ ਬਾਅਦ ਅਸੀਂ ਕੁਝ ਵੀ ਆ, ਚਾਹੇ ਐਮਐਲਏ ਕੁਝ ਨਹੀਂ ਹੁੰਦਾ, ਬੇਸਿਕਲੀ ਲੋਕਾਂ ਦਾ ਰਿਪਰੈਜ਼ੈਂਟੇਟਿਵ ਹੁੰਦਾ। ਔਰ ਜੋ ਕਿਸਾਨ ਬੇਸਿਕਲੀ ਦੇਖੋ ਮੇਰੇ ਤਾਂ ਆਪਣੇ ਹਲਕੇ ਦੇ ਵਿੱਚ ਮੈਂ ਤਾਂ ਈਵਨ ਕਿ ਜਥੇਬੰਦੀ ਵੀ ਨਹੀਂ ਸੀਗੀ ਉੱਥੇ ਕਿਸਾਨਾਂ ਦੀ, ਮੈਂ ਉੱਥੇ ਬਣਵਾ ਕੇ ਤੇ ਉਹਨਾਂ ਨੂੰ ਕਿਹਾ ਕਿ ਹਾਂ ਵੀ ਪਹਿਲਾਂ ਆਪਾਂ ਕਿਸਾਨੀ ਦੇ ਮੋਰਚੇ ਤੇ ਡਟੀਏ, ਬਾਕੀ ਚੀਜ਼ਾਂ ਜਿਹੜੀਆਂ ਬਾਅਦ ਵਾਲੀਆਂ ਹੈਗੀਆਂ। ਵਰਕਰ ਜੀ 18 ਨੁਕਤਿਆਂ ਤੇ ਕੰਮ ਹੋਏਗਾ ਜਾਂ ਸਿਰਫ ਹਵਾ 'ਚ ਹੀ ਚੀਜ਼ਾਂ ਰਹਿ ਜਾਣਗੀਆਂ? ਕਿਹਾ ਤੇ ਜਾ ਰਿਹਾ ਕਿ 5 ਨੁਕਤਿਆਂ ਤੇ ਕੰਮ ਸ਼ੁਰੂ ਹੋ ਗਿਆ, ਲੇਕਿਨ 5 ਮਹੀਨੇ ਹੀ ਬਚੇ। ਦੇਖੋ ਆਪਾਂ ਬੇਸਿਕਲੀ ਨਾ ਤਾਂ ਖਬਰਾਂ ਹੀ ਮੁੱਕਣੀਆਂ ਤੇ ਨਾ ਸਮਾਂ ਹੀ ਮੁੱਕਣਾ। ਹੌਲੀ ਹੌਲੀ ਆਪਾਂ ਦੇਖੀਏ, ਇਹਦੇ ਵਿੱਚ ਆਪਾਂ ਮਿਹਨਤ ਕਰਕੇ ਤਾਂ ਉਹਨੂੰ ਜਿਹੜਾ ਆ ਰਿਐਲਿਟੀ ਦੇ ਵਿੱਚ ਕਨਵਰਟ ਕਰਦੇ ਆ। ਦੇਖੋ ਚਾਹੇ ਕੋਈ ਮੰਤਰੀ ਹੋਵੇ ਚਾਹੇ ਐਮਐਲਏ ਹੋਵੇ, ਜਿਹੜਾ ਕਾਨੂੰਨ ਦੇ ਵਿੱਚ ਜੋ ਦਾਇਰੇ ਦੇ ਵਿੱਚ ਰਹਿ ਕੇ ਜੋ ਵੀ ਕੀਤਾ ਜਾਣਾ ਚਾਹੀਦਾ ਉਹ ਬਿਲਕੁਲ ਕਰਨਾ ਚਾਹੀਦਾ। ਇਸੇ ਕਰਕੇ ਤਾਂ ਰਾਜਨੀਤੀ ਕਈ ਵਾਰੀ ਗੰਦੜੀ ਬੜੀ ਹੋ ਗਈ ਆ, ਲੋਕੀ ਫੇਥ ਨਹੀਂ ਕਰਦੇ। ਲੇਕਿਨ ਜੋ ਫੈਕਟ ਤੇ ਜੇ ਤਾਂ ਉਹਦੇ ਤੇ ਕੋਈ ਇਨਵੈਸਟੀਗੇਸ਼ਨ ਦੀ ਜ਼ਰੂਰਤ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਜੇ ਕੋਈ ਡ੍ਰੌਪ ਕਰਨ ਦੀ ਜ਼ਰੂਰਤ ਹੈ, ਡ੍ਰੌਪ ਕਰਨਾ ਚਾਹੀਦਾ। ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਆਪਣੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਬਾਹਰ ਆਏ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਈਡੀ ਵੱਲੋਂ ਭੇਜੇ ਸੰਮਣ ਬਾਰੇ ਕਿਹਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਨਾਲ ਹੀ ਕਿਹਾ ਹੈ ਕਿ ਜਿੰਨੇ ਵੀ ਜੋ ਕੁਝ ਕੀਤਾ ਹੈ ਉਸ ਨੂੰ ਭੁਗਤਣਾ ਪਵੇਗਾ। ਦੱਸਦੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਐਕਟਿਵ ਨਜ਼ਰ ਆ ਰਹੇ ਨੇ ਤੇ ਆਪਣੇ ਵਿਧਾਇਕਾਂ ਨਾਲ ਲਗਾਤਾਰ ਬੈਠਕਾਂ ਕਰ ਰਹੇ ਨੇ। ਇਸੇ ਦੇ ਚੱਲਦੇ ਸਿੱਧੂ ਵੱਲੋਂ ਅੱਜ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੋਪੜ ਦੇ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸਾਬਕਾ ਐਮਐਲਏ ਦੇ ਨਾਲ ਖਾਸ ਮੀਟਿੰਗ ਕੀਤੀ ਗਈ। ਧਰਮਸੋਤ ਦੇ ਉੱਪਰ ਜਿਹੜਾ ਮਾਮਲਾ ਚੱਲ ਰਿਹਾ ਸੀ ਉਹਦੀ ਹੁਣ ਜਾਂਚ ਈਡੀ ਨੂੰ ਵੀ ਦੇਣ ਦੀ ਗੱਲ ਹੋਈ ਹੈ ਸਾਹਮਣੇ, ਕੀ ਕਹਿਣਾ ਚਾਹੋਗੇ? ਉਹ ਕੋਰਟ ਦਾ ਮਾਮਲਾ, ਉਹਦੇ ਵਿੱਚ ਮੈਂ ਤਕਰੀਰ ਕਰਨਾ ਮੁਨਾਸਿਬ ਨਹੀਂ ਸਮਝਾਂਗਾ। ਤੇ ਸੀਬੀਆਈ ਵੱਲੋਂ ਵੀ ਕਿਹਾ ਗਿਆ ਕਿ ਸੀਬੀਆਈ ਨੂੰ ਜਿਹੜਾ ਜਾਂਚ ਸੌਂਪੀ ਗਈ ਹੈ ਤੇ ਪੰਜਾਬ ਸਰਕਾਰ ਨੇ ਕੋਆਪਰੇਟ ਕਰਨ ਤੋਂ ਮਨਾ ਕਰ ਦਿੱਤਾ, ਫਾਈਲਾਂ ਦੇਣ ਤੋਂ ਮਨਾ ਕਰ ਦਿੱਤਾ ਸੀਬੀਆਈ ਨੂੰ। ਤੇ ਇਹ ਮੈਂ ਪੰਜਾਬ ਸਰਕਾਰ ਦਾ ਐਮਐਲਏ ਜ਼ਰੂਰ ਹੈ, ਇਹ ਮੁੱਖ ਮੰਤਰੀ ਸਾਹਿਬ ਤੇ ਵਿਸ਼ੇਸ਼ ਤੌਰ ਤੇ ਤਕਰੀਰ ਕਰ ਸਕਦੇ। ਔਰ ਜਿੱਥੇ ਤੱਕ ਸਵਾਲ ਹੈ, ਜਿੱਥੇ ਕਾਨੂੰਨ ਕਾਇਦਾ ਜਿਹੜਾ ਕਹਿੰਦਾ ਹੈ, ਜੇ ਮੈਂ ਗਲਤ ਹਾਂ ਤਾਂ ਮੈਨੂੰ ਉਸ ਦਾ ਦੋਸ਼ੀ ਠਹਿਰਾਇਆ ਜਾਏਗਾ, ਜੇ ਕਿਸੇ ਨੇ ਵੀ ਗਲਤੀ ਕੀਤੀ ਤਾਂ ਉਸ ਦਾ ਉਹ ਆਪ ਭੁਗਤੇਗਾ। ਲੇਕਿਨ ਸਰਕਾਰ, ਤੁਹਾਨੂੰ ਨਹੀਂ ਲੱਗਦਾ ਜਿਸ ਢੰਗ ਦੀ ਗੱਲਾਂ ਕੀਤੀਆਂ ਗਈਆਂ ਸੀ, ਕੋਈ ਵੀ ਭ੍ਰਸ਼ਟਾਚਾਰੀ ਹੋਊਗਾ ਉਸ ਨੂੰ ਨਹੀਂ ਬਖਸ਼ਿਆ ਜਾਊਗਾ? ਮੰਤਰੀ ਦੇ ਉੱਪਰ ਇੰਨੇ ਸੰਗੀਨ ਆਰੋਪ ਲੱਗੇ ਜਾ ਰਹੇ ਨੇ, ਇਹ ਜਦੋਂ ਤੱਕ ਗੱਲਾਂ ਕੀਤੀਆਂ ਜਾ ਰਹੀਆਂ ਸਰਕਾਰ ਦੀ ਆਰੋਪ ਲਗਾਏ ਜਾਂਦੇ ਹਨ, ਹਰ ਵਿਅਕਤੀ ਤੌਰ ਤੇ ਚੋਣਾਂ ਦੇ ਦਰਮਿਆਨ ਆਰੋਪ ਲੱਗਦੇ ਹਨ। ਲੇਕਿਨ ਜਿੱਥੇ ਤੱਕ ਸਵਾਲ ਹੈਗਾ, ਕਾਨੂੰਨ ਕਾਇਦਾ ਸਾਰਿਆਂ ਲਈ ਇੱਕ ਹੈ। ਜੇ ਵਿਅਕਤੀ ਤੌਰ ਤੇ ਕਿਸੇ ਨੇ ਕੋਈ ਗੁਨਾਹ ਕੀਤਾ ਉਹ ਸਜ਼ਾ ਜ਼ਰੂਰ ਪਾਊਗਾ ਔਰ ਸਰਕਾਰ ਵੀ ਉਸ ਤੇ ਸਹਿਯੋਗ ਦੇਵੇਗੀ। ਰਾਣਾ ਸੋਢੀ ਦੇ ਖਿਲਾਫ ਵੀ ਮੋਰਚਾ ਖੋਲ੍ਹਤਾ, ਕੁਝ ਇੱਕ ਵਿਧਾਇਕਾਂ ਨੇ, ਉਹ ਕਹਿ ਰਹੇ ਨੇ ਇਹਨਾਂ ਦੇ ਖਿਲਾਫ ਉਹ ਵਿਧਾਇਕ ਬਕਾਇਦਾ ਜ਼ਿਕਰ ਕਰਦਾ ਹੈ। ਮੈਂ ਕਾਨੂੰਨ ਸਾਰਿਆਂ ਲਈ, ਚਾਹੇ ਰਣਦੀਪ ਸਿੰਘ ਨਾਭਾ ਹੈ, ਚਾਹੇ ਨਵਜੋਤ ਸਿੰਘ ਸਿੱਧੂ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ, ਕਾਨੂੰਨ ਕਾਇਦਾ ਸਾਰਿਆਂ ਲਈ ਇੱਕ ਹੀ ਹੈ। ਮੈਂ ਸਮਝਦਾ ਜਿਹੜੇ ਕਾਰਜਕਰਤਾ ਨੂੰ ਬੁਲਾਇਆ ਗਿਆ, 3 ਜ਼ਿਲ੍ਹਿਆਂ ਦੀ ਮੀਟਿੰਗ ਹੈ, ਅੱਜ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਮੈਂ ਇਸ ਦਾ ਸਵਾਗਤ ਕਰਦਾ। ਕੈਬਨਿਟ 'ਚ ਸ਼ਫਲ ਨੂੰ ਲੈ ਕੇ ਚੱਲਦਾ ਉਹ ਸੀਐਮ ਸਾਹਿਬ ਦਾ ਪੈਰੋਗੇਟਿਵ ਹੈ ਤੇ ਸਿੱਧੂ ਸਾਹਿਬ ਦਾ ਪੈਰੋਗੇਟਿਵ, ਉਹਦੇ ਬਾਰੇ ਮੈਂ ਤਕਰੀਰ ਕਰਨਾ ਮੁਨਾਸਿਬ ਹੈ। ਲੇਕਿਨ ਇਹ ਵੀ ਗੱਲਾਂ ਹੋ ਗਈਆਂ ਕਿ 6 ਮਹੀਨੇ ਰਹਿ ਗਏ ਮੁੱਦਿਆਂ ਦੇ ਉੱਪਰ, ਹੁਣ ਕਾਂਗਰਸ ਨੇ ਗੱਲ ਕਰਨੀ ਸ਼ੁਰੂ ਕੀਤੀ ਹੈ, 4.5 ਸਾਲ ਕੀਤੇ ਸੀ, ਇਹ ਗੱਲਾਂ ਹੁਣ ਉੱਠਣੀਆਂ ਤੇ ਹੁਣ 6 ਮਹੀਨੇ ਹੋ ਰਹੇ, ਚੰਗੀ ਗੱਲ ਨਹੀਂ ਹੈ। 6 ਮਹੀਨੇ 'ਚ ਕਿਆ ਮੁੱਦੇ ਹੱਲ ਹੋ ਜਾਣਗੇ ਲੱਗਦਾ ਤੁਹਾਨੂੰ? ਮੈਨੂੰ ਪੂਰਨ ਵਿਸ਼ਵਾਸ ਹੈ ਕਾਫੀ ਕੁਝ ਹੱਲ
ਛੇਵੇਂ ਪੇ ਕਮਿਸ਼ਨ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਲਗਾਤਾਰ ਹੜਤਾਲ ਅਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਛੇਵੇਂ ਪੇ ਕਮਿਸ਼ਨ ਵਿੱਚ ਸੋਧ ਕੀਤੀ ਜਾਵੇ ਜਾਂ ਇਸ ਨੂੰ ਰੱਦ ਕੀਤਾ ਜਾਵੇ। ਇਸੇ ਲੜੀ ਦੇ ਵਿੱਚ ਸਰਕਾਰੀ ਡਾਕਟਰਾਂ ਵੱਲੋਂ ਵੀ ਹੜਤਾਲ ਕੀਤੀ ਜਾ ਰਹੀ ਹੈ ਅਤੇ ਜਲੰਧਰ ਸਿਵਲ ਹਸਪਤਾਲ ਵਿੱਚ ਵੀ ਡਾਕਟਰਾਂ ਵੱਲੋਂ OPD ਸੇਵਾਵਾਂ ਛੱਡ ਕੇ ਹੜਤਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸੰਘਰਸ਼ 28 ਜੂਨ ਤੋਂ ਚੱਲ ਰਿਹਾ ਹੈ, ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਉਹਨਾਂ ਕਿਹਾ ਹੈ ਕਿ ਕੋਵਿਡ ਅਤੇ ਐਮਰਜੈਂਸੀ ਸੇਵਾਵਾਂ ਉਹਨਾਂ ਵੱਲੋਂ ਬੰਦ ਨਹੀਂ ਕੀਤੀਆਂ ਗਈਆਂ, ਸਿਰਫ OPD ਹੀ ਬੰਦ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। 28 ਜੂਨ ਤੋਂ ਜਿਹੜਾ ਸੰਘਰਸ਼ ਹੈ ਚੱਲ ਰਿਹਾ ਤੇ ਕੰਟੀਨਿਊ ਰਹੂਗਾ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਣਗੀਆਂ। ਪਹਿਲੇ ਤੇ ਆਪਾਂ ਇੰਟਰਮਿਟੈਂਟ ਕਰਦੇ ਸੀ, ਇੱਕ ਦਿਨ ਕਰ ਲਈ ਸਟ੍ਰਾਈਕ, ਇੱਕ ਦਿਨ OPD ਕਰ ਲਈ, ਫਿਰ ਇੱਕ ਦਿਨ ਸਟ੍ਰਾਈਕ ਕਰ ਲਈ, ਫਿਰ ਇੱਕ ਦਿਨ OPD ਕਰ ਲਈ, ਫਿਰ ਆਪਾਂ ਬਿਲਕੁਲ ਬੰਦ ਕਰਤੀ। ਫਿਰ ਆਪਾਂ ਕੁਝ ਦਿਨ ਪੈਰਲਲ OPD ਚਲਾਈ ਤਾਂ ਕਿ ਮਰੀਜ਼ ਜਿਹੜਾ ਬੈਕਲੌਗ ਹੈਗਾ, ਇਲੈਕਟਿਵ ਸਰਜਰੀਜ਼ ਹੈਗੀਆਂ ਉਹ ਹੋ ਸਕਣ, ਉਹ ਸਾਰਾ ਕੁਝ ਬੈਕਲੌਗ ਖਤਮ ਕੀਤਾ। ਪਰ ਸਰਕਾਰ ਨੇ ਜੇ ਫਿਰ ਨਹੀਂ ਸੁਣਿਆ, ਹੁਣ ਸਾਡੀ OPD ਪੈਰਲਲ OPD ਵੀ ਆਪਾਂ ਬੰਦ ਕਰਤੀ, ਸਾਰਾ ਕੁਝ ਬੰਦ ਕਰਤਾ। ਸਿਰਫ ਕੋਵਿਡ ਔਰ ਐਮਰਜੈਂਸੀ ਦਾ ਜਿਹੜਾ ਕੰਮ ਹੈ ਉਹ ਬੰਦ ਨਹੀਂ ਕੀਤਾ। ਮੰਡੇ ਤੋਂ ਸਾਡੀ ਯੂਨੀਅਨ ਦੀ ਕਾਲ ਆਈ ਆ ਜੀ, ਮੰਡੇ, ਟਿਊਜ਼ਡੇ, ਵੈਨਸਡੇ ਆਪਾਂ ਸਿਵਲ ਸਰਜਨ ਸਾਹਿਬ ਤੇ ਬਾਕੀ ਪ੍ਰੋਗਰਾਮ ਅਫਸਰ ਦੇ ਕਮਰਿਆਂ ਦੇ ਬਾਹਰ ਬੈਠ ਕੇ ਧਰਨਾ ਦੇਵਾਂਗੇ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਆਪਾਂ ਇਸੇ ਤਰ੍ਹਾਂ ਆਪਣੀ ਐਜੀਟੇਸ਼ਨ ਨੂੰ ਸਟਰੋਂਗ ਰੱਖਾਂਗੇ ਤੇ ਇਹਨੂੰ ਦਿਨ ਬ ਦਿਨ ਹੋਰ ਵਧਾਵਾਂਗੇ। ਤੁਹਾਡੀ ਯੂਨੀਅਨ ਦੀ ਤੁਸੀਂ ਜਦੋਂ ਗੱਲ ਕੀਤੀ ਤਾਂ ਰਾਬਤਾ ਕਾਇਮ ਹੋਇਆ, ਕਿਉਂਕਿ ਖਦਸ਼ਾ ਜਿਹੜਾ ਰੋਸ ਹੈ ਵਿੱਤ ਮੰਤਰੀ ਦੇ ਖਿਲਾਫ ਹੈ, ਲਗਾਤਾਰ ਤੁਸੀਂ ਨਾਅਰੇ ਵੀ ਲਗਾ ਰਹੇ ਹੋ, ਗੱਲਬਾਤ ਹੋ ਸਕੀ ਉਹਨਾਂ ਦੇ ਨਾਲ ਜਾਂ ਨਹੀਂ? ਦੇਖੋ, ਸਟੇਟ ਬਾਡੀ ਸਾਡੀ ਉਹਨਾਂ ਦੇ ਨਾਲ ਇਨ ਟਾਕਸ ਹੈਗੀ, ਅੱਜ ਵੀ ਮੀਟਿੰਗ ਹੋ ਰਹੀ ਆ, ਬਟ ਮੀਟਿੰਗਸ ਤੇ 28 ਜੂਨ ਦੀ ਜਦੋਂ ਦੀ ਕਾਲ ਸ਼ੁਰੂ ਕੀਤੀ ਉਦੋਂ ਦੀ ਹੋ ਰਹੀ ਆ। ਬਟ ਇਹਦੇ ਕੋਈ ਸਿੱਟਾ ਵੀ ਨਿਕਲਣਾ ਚਾਹੀਦਾ ਨਾ, ਕੋਈ ਚੀਜ਼ ਨਿਕਲ ਕੇ ਵੀ ਆਉਣੀ ਚਾਹੀਦੀ, ਕੋਈ ਸਾਡੀਆਂ ਚੀਜ਼ਾਂ ਮੰਗੀਆਂ ਵੀ ਜਾਣੀਆਂ ਚਾਹੀਦੀਆਂ। ਬਟ ਕੋਈ ਇਦਾਂ ਦਾ ਅਜੇ ਫਾਈਨਲ ਉਹਨਾਂ ਵੱਲੋਂ ਡਿਸੀਜਨ ਨਹੀਂ ਆਇਆ ਕਿ ਸਾਡੀਆਂ ਚੀਜ਼ਾਂ ਮੰਨੀਆਂ ਗਈਆਂ ਨੇ ਜਾਂ ਕੁਛ। ਇਹ ਜ਼ਰੂਰ ਕਹਿ ਦਿੰਦੇ ਕਿ ਤੁਹਾਡੀਆਂ ਡਿਮਾਂਡਸ ਜੈਨੂਇਨ ਨੇ, ਬਿਲਕੁਲ ਠੀਕ ਡਿਮਾਂਡਸ ਨੇ ਤੇ ਬਿਲਕੁਲ ਮੰਨਣ ਵਾਲੀਆਂ ਡਿਮਾਂਡਸ ਨੇ। ਬਟ ਕਹਿਣ ਦੇ ਤੇ ਕਰਨ ਦੇ ਜ਼ਮੀਨ ਅਸਮਾਨ ਦਾ ਅੰਤਰ ਹੈ। ਜਦੋਂ ਤੱਕ ਸਾਨੂੰ ਬਲੈਕ ਐਂਡ ਵਾਈਟ ਦੇ ਵਿੱਚ ਪੇਪਰ ਦੇ ਉੱਤੇ ਰਿਟਨ ਨਹੀਂ ਮਿਲ ਜਾਂਦਾ ਤੇ ਸਾਡੀ ਕੰਟੀਨਿਊ ਰਹੂਗੀ ਸਟ੍ਰਾਈਕ ਤੇ ਆਪਾਂ ਇਦਾਂ ਹੀ ਰਵਾਂਗੇ। OPD ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਤੁਹਾਡੇ ਵੱਲੋਂ ਪੈਰਲਲ ਤੌਰ ਤੇ ਇੱਕ OPD ਚਲਾਈ ਜਾ ਰਹੀ ਸੀ, ਸਰਕਾਰੀ ਤੌਰ ਤੇ ਬੰਦ ਸੀ, ਹੁਣ OPD ਵੀ ਬੰਦ ਕਰ ਦਿੱਤੀ ਗਈ ਹੈ। ਬਿਲਕੁਲ ਜੀ, OPD ਵੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ। ਇਹਨੂੰ ਬੰਦ ਹੀ ਰੱਖਾਂਗੇ ਜਦੋਂ ਤੱਕ ਸਾਡੀ ਐਜੀਟੇਸ਼ਨ ਜਾਂ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਣਗੀਆਂ। ਐਮਰਜੈਂਸੀ ਸੇਵਾਵਾਂ ਬਹਾਲ ਰਹੇ, ਐਮਰਜੈਂਸੀ ਤੇ ਕੋਵਿਡ ਦੇ ਕੰਮ ਨੂੰ ਆਪਾਂ ਟੱਚ ਨਹੀਂ ਕੀਤਾ, ਬਟ ਉਹ ਵੀ ਹੁਣ ਡਿਸਕਸ਼ਨ ਚੱਲ ਰਹੀ ਆ ਸਾਡੀ ਕਿ ਜੇ ਸਰਕਾਰ ਨੇ ਨਹੀਂ ਸੁਣੀ ਤੇ ਆਪਾਂ ਇੱਕ ਲੌਂਗ ਕਾਲ ਦੇ ਕੇ ਕਿ 10 ਅਗਸਤ ਜਾਂ 12 ਜਾਂ 15 ਅਗਸਤ ਤੋਂ ਆਪਾਂ ਜਿਹੜਾ ਹੈਗਾ ਵਾ ਇਹਦਾ ਬਾਈਕਾਟ ਕਰਾਂਗੇ, ਐਮਰਜੈਂਸੀਜ਼ ਦਾ ਜਾਂ ਕੋਵਿਡ ਦਾ। ਬਟ ਇਹ ਡਿਸਾਈਡਡ ਨਹੀਂ ਹੈਗਾ, ਬਟ ਵੀ ਆਰ ਥਿੰਕਿੰਗ, ਵੀ ਆਰ ਪਲੈਨਿੰਗ ਔਨ ਇਟ ਕਿ ਆਪਾਂ ਇਹਨੂੰ ਪਲਾਨ ਕਰੀਏ ਪ੍ਰੋਪਰ ਤਰੀਕੇ ਦੇ ਨਾਲ ਤਾਂ ਕਿ ਕਿਸੇ ਦਾ ਨੁਕਸਾਨ ਵੀ ਨਾ ਹੋਏ ਤੇ ਆਪਾਂ ਮਰੀਜ਼ਾਂ ਦਾ ਕੋਈ ਨੁਕਸਾਨ ਵੀ ਨਾ ਕਰੀਏ ਤੇ ਆਪਣੀ ਐਜੀਟੇਸ਼ਨ ਨੂੰ ਵੀ ਇਦਾਂ ਹੀ ਸਟਰੋਂਗ ਰੱਖੀਏ। ਭਾਰਤੀ ਬੈਡਮਿੰਟਨ ਖਿਡਾਰੀ PV ਸਿੱਧੂ ਨੇ ਜਾਪਾਨ ਦੇ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। PV ਸਿੱਧੂ ਹੁਣ 골ਡ ਮੈਡਲ ਤੋਂ ਸਿਰਫ 2 ਕਦਮ ਦੂਰ ਹੈ। ਸਿੱਧੂ ਦੀ ਜਿੱਤ ਦੇ ਨਾਲ ਭਾਰਤ ਦਾ ਤੀਸਰਾ ਮੈਡਲ ਪੱਕਾ ਹੋ ਗਿਆ ਹੈ। ਸਿੱਧੂ ਨੇ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟ ਵਿੱਚ 21-13, 22-20 ਦੇ ਨਾਲ ਹਰਾਇਆ। WhatsApp ਨੂੰ ਟੱਕਰ ਦੇਣ ਲਈ ਮੋਦੀ ਸਰਕਾਰ ਨੇ ਸਵਦੇਸ਼ੀ ਐਪ ਸਵਦੇਸ਼ੀ ਇੰਸਟੈਂਟ ਮੈਸੇਜ ਪਲੇਟਫਾਰਮ ਸੰਦੇਸ਼ ਨੂੰ ਵਿਕਸਿਤ ਕੀਤਾ ਹੈ। ਇਹ ਜਾਣਕਾਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਨੇ ਲੋਕ ਸਭਾ ਵਿੱਚ ਰੋਟਮਾਲ ਨਾਗਰ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ। ਰਾਜੀਵ ਚੰਦਰ ਸ਼ੇਖਰ ਨੇ ਕਿਹਾ ਹੈ ਕਿ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਇੰਸਟੈਂਟ ਮੈਸੇਜ ਪਲੇਟਫਾਰਮ ਲਈ ਸਵਦੇਸ਼ੀ ਹੱਲ ਸੰਦੇਸ਼ ਐਪ ਵਿਕਸਿਤ ਕੀਤਾ ਹੈ। ਸੰਦੇਸ਼ ਇੱਕ ਓਪਨ ਸੋਰਸ ਆਧਾਰਿਤ ਹੈ, ਸੁਰੱਖਿਅਤ ਕਲਾਊਡ ਸਮਰਥਿਤ ਪਲੇਟਫਾਰਮ ਹੈ ਜੋ ਸਰਕਾਰੀ ਬੁਨਿਆਦੀ ਢਾਂਚੇ ਲਈ ਹੋਸਟ ਕੀਤਾ ਗਿਆ ਹੈ ਤਾਂ ਜੋ ਰਣਨੀਤਿਕ ਨਿਯੰਤਰਣ ਭਾਰਤ ਸਰਕਾਰ ਦੇ ਕੋਲ ਰਹੇ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ 1-to-1 ਅਤੇ ਗਰੁੱਪ ਮੈਸੇਜਿੰਗ, ਫਾਈਲ ਅਤੇ ਮੀਡੀਆ ਸ਼ੇਅਰਿੰਗ, ਆਡੀਓ ਵੀਡੀਓ ਕਲਾਸ ਅਤੇ ਈ-ਗਵਰਨੈਂਸ ਐਪਲੀਕੇਸ਼ਨ ਇੰਸਟੀਗੇਸ਼ਨ ਵਰਗੇ ਫੀਚਰ ਦਿੱਤੇ ਗਏ ਹਨ। ਇਹ ਪਲੇਟਫਾਰਮ ਸਰਕਾਰ ਦੁਆਰਾ ਵਰਤਿਆ ਜਾ ਰਿਹਾ ਹੈ ਜੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਤੇ ਉਪਲਬਧ ਹੈ। ਤੇ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ, ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।